इस वेले दी बहुत वड्डी खबर एसआईटी ने सुखबीर बादल नूं तलब कीता है। सूत्रां दे हवाले नाल वड्डी खबर है। एसआईटी ने सुखबीर बादल नूं तलब कीता है। कोटकपूरा गोलीकांड दे विच पुछगिछ दे लई सद्दिया है। 30 अगस्त नूं पुछगिछ दे लई बुलाया है। सूत्रां दे हवाले नाल बहुत वड्डी खबर, सुखबीर सिंह बादल नूं एसआईटी ने तलब कीता है। कोटकपूरा गोलीकांड मामले दे विच पुछगिछ दे लई सद्दिया गया है। 30 अगस्त नूं पुछगिछ दे लई एसआईटी ने बुलाया है। वड्डी खबर, सुखबीर बादल तो हुण पुछगिछ दी तैयारी है। कोटकपूरा गोलीकांड मामले च एसआईटी ने तलब कीता है। सुखबीर सिंह बादल नूं 30 अगस्त नूं पुछगिछ दे लई बुलाया है। कोटकपूरा गोलीकांड मामले दे विच पुछगिछ दी तैयारी है। सुखबीर सिंह बादल तो पुछगिछ कीती जावेगी। एसआईटी ने तलब कीता है। कोटकपूरा गोलीकांड मामले दे नाल जुड़ी वड्डी खबर है। एसआईटी ने हुण सुखबीर सिंह बादल नूं तलब कीता है, जो उस वेले जिस वेले गोलीकांड वापरिया डिप्टी सीएम सी, होम मिनिस्टर सी, उन्हां नूं तलब कीता गया है। 30 अगस्त नूं पुछगिछ दे लई सद्दिया गया है। उस वेले डिप्टी सीएम ते होम मिनिस्टर सी, गृह मंत्री सी, गृह विभाग सी, उन्हां दे कोल पुलिस उन्हां दे अंडर सी जिस वेले गोलीकांड वापरिया है। उस मामले दे विच हुण पुछगिछ दे लई सुखबीर सिंह बादल नूं एसआईटी ने तलब कीता है। एसआईटी ने पुछगिछ दे लई सद्दिया है। 30 अगस्त नूं सुखबीर सिंह बादल तो पुछगिछ होएगी। पंकज कपाही साडे सहयोगी जुड़ गए ने। पंकज, की कुछ तुहाडे कोल पूरी जानकारी? देखो, कोटकपूरा गोलीकांड मामले ਦੇ ਵਿੱਚ ਹੁਣ ਜਿਹੜੀ ਐਸਆਈਟੀ ਬਣੀ ਹੈ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਸਵੇਰੇ 10:30 ਵਜੇ ਜਿਹੜਾ ਵਾ ਉਹ ਬੁਲਾਇਆ। ਪੁੱਛਗਿੱਛ ਕੀਤੀ ਜਾਏਗੀ ਕਿ ਆਖਰ ਗੋਲੀ ਚਲਾਉਣ ਦੇ ਹੁਕਮ ਉਸ ਵੇਲੇ ਕਿਸ ਨੇ ਦਿੱਤੇ ਸੀਗੇ, ਕਿਉਂਕਿ ਉਸ ਵੇਲੇ ਡਿਪਟੀ ਸੀਐਮ ਸੀਗੇ ਸੁਖਬੀਰ ਸਿੰਘ ਬਾਦਲ ਔਰ ਹੋਮ ਮਹਿਕਮਾ ਵੀ ਉਹਨਾਂ ਦੇ ਕੋਲ ਸੀਗਾ। ਇਸ ਤੋਂ ਪਹਿਲਾਂ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਹੋ ਚੁੱਕੀ ਹੈ। ਸੁਮੇਧ ਸੈਣੀ ਤੋਂ ਕਈ ਘੰਟੇ ਪੁੱਛਗਿੱਛ ਹੋਈ ਸੀਗੀ। ਕਈ ਸਾਰੇ ਸਵਾਲ ਜਵਾਬ ਹੋਏ ਸੀਗੇ ਕਿ ਗੋਲੀ ਚਲਾਉਣ ਦੀ ਮਨਜ਼ੂਰੀ ਕਿੰਨੇ ਦਿੱਤੀ ਸੀ, ਕਿਸ ਦੇ ਹੁਕਮਾਂ ਤੇ ਗੋਲੀ ਚਲਾਈ ਗਈ ਸੀ, ਕੀ ਵਜ੍ਹਾ ਸੀਗੀ ਗੋਲੀ ਚਲਾਉਣ ਦੀ। ਕਈ ਸਾਰੇ ਸਵਾਲ ਜਿਹੜੇ ਆ ਉਹ ਪੁੱਛਗਿੱਛ ਹੋਏ ਸੀਗੇ। ਤਾਂ ਹੁਣ ਇਹ ਐਸਆਈਟੀ ਐਲਕੇ ਯਾਦਵ ਦੀ ਅਗਵਾਈ ਦੇ ਵਿੱਚ ਬਣੀ ਹੋਈ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਉਂਕਿ ਸਮਨ ਭੇਜਿਆ ਜਾ ਚੁੱਕਿਆ ਹੈ ਬੁਲਾਉਣ ਦੇ ਲਈ। ਔਰ ਹੁਣ 30 ਤਰੀਕ ਨੂੰ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣਾ ਹੋਏਗਾ। ਆਪਣਾ ਜਿਹੜੇ ਸਵਾਲ ਪੁੱਛੇ ਜਾਣਗੇ ਉਹਨਾਂ ਦੇ ਜਵਾਬ ਦੇਣੇ ਹੋਣਗੇ, ਕਿਉਂਕਿ ਹੋਮ ਮਹਿਕਮਾ ਇਹਨਾਂ ਦੇ ਕੋਲ ਸੀਗਾ ਉਸ ਵੇਲੇ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀਗੀ। ਕੋਟਕਪੂਰਾ ਦੇ ਵਿੱਚ ਗੋਲੀਆਂ ਚੱਲੀਆਂ ਸੀਗੀਆਂ ਔਰ ਉਸ ਦੌਰਾਨ ਸਵਾਲ ਇਹੀ ਲਗਾਤਾਰ ਪੁੱਛੇ ਜਾ ਰਹੇ ਨੇ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਦੇ ਵੱਲੋਂ ਦਿੱਤੇ ਗਏ ਸੀਗੇ, ਕਿਉਂ ਗੋਲੀ ਚਲਾਉਣ ਦੀ ਜ਼ਰੂਰਤ ਜਿਹੜੀ ਹੈ ਉਹ ਪਈ ਸੀਗੀ। जी बिल्कुल पंकज, ये सवाल किए जाते रहे ने कि गोली चलाने का हुक्म किसने दिता या फिर की गृह मंत्री उस वेले जो सुखबीर सिंह बादल सी की उन्होंने इसकी जानकारी सी, ये सब कुछ जो वापरिया। लेकिन अकाली दल इसनूं लैके वार-वार सियासत दे ही इल्जाम लगाउंदा है। देखो, इस पूरे मामले ਨੂੰ ਲੈ ਕੇ ਦੋ ਸਰਕਾਰਾਂ ਜਿਹੜੀਆਂ ਨੇ ਉਹ ਬਦਲ ਗਈਆਂ ਨੇ, ਕਿਉਂਕਿ ਉਸ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਸੀਗੀ। ਕਾਂਗਰਸ ਇਹ ਦਾਅਵਾ ਕਰਦੀ ਸੀਗੀ ਕਿ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਇਨਸਾਫ ਦਿਵਾਵਾਂਗੇ, ਅਸੀਂ ਦੱਸਾਂਗੇ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। 5 ਸਾਲ ਕਾਂਗਰਸ ਦੀ ਸਰਕਾਰ ਜਿਹੜੀ ਇਸੇ ਮਸਲੇ ਦੇ ਉੱਤੇ ਸਿਆਸਤ ਹੁੰਦੀ ਰਹੀ। ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਕਾਂਗਰਸ ਸਿਰਫ ਔਰ ਸਿਰਫ ਸਿਆਸਤ ਕਰ ਰਹੀ ਹੈ, ਇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੋਈ ਰੋਲ ਨਹੀਂ ਹੈ। ਲੇਕਿਨ ਇਹ ਕਾਂਗਰਸ ਦੀ ਸਰਕਾਰ ਵੀ ਬਦਲ ਗਈ ਔਰ ਹੁਣ ਨਵੀਂ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਹੈ, ਇਹ ਵੀ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੀ ਆਈ ਹੈ ਕਿ ਕੋਟਕਪੂਰਾ ਗੋਲੀਕਾਂਡ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਆਖਰ ਗੋਲੀ ਚਲਾਉਣ ਦੇ ਪਿੱਛੇ ਮਨਸ਼ਾ ਕੀ ਸੀਗੀ, ਕਿਉਂ ਗੋਲੀ ਚਲਾਈ ਗਈ। ਔਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਉਸ ਵੇਲੇ ਦੇ ਹੋਮ ਮਿਨਿਸਟਰ ਨੂੰ ਇਸ ਮੁਤਲਕ ਜਾਣਕਾਰੀ ਸੀਗੀ ਕਿ ਹੋਮ ਮਿਨਿਸਟਰ ਦੇ ਵੱਲੋਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸੀ, ਜਾਂ ਫਿਰ ਇਸ ਪੂਰੇ ਮਾਮਲੇ ਦੇ ਵਿੱਚ ਹੋਮ ਮਿਨਿਸਟਰ ਨੂੰ ਇਸ ਦੀ ਜਾਣਕਾਰੀ ਨਹੀਂ ਸੀਗੀ। ਤਾਂ ਇਹ ਇਸ ਬਾਬਤ ਹੁਣ ਐਸਆਈਟੀ ਇਹ ਸਵਾਲਾਂ ਦੀ ਸੱਚਾਈ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬੁਲਾਇਆ ਗਿਆ। ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਉਹਨਾਂ ਨੂੰ ਬੁਲਾਇਆ ਗਿਆ 10:30 ਵਜੇ ਉਹਨਾਂ ਨੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣਾ ਹੈ। ਔਰ ਐਸਆਈਟੀ ਦੇ ਜਿਹੜੇ ਮੈਂਬਰ ਨੇ, ਕਿਉਂਕਿ ਉਸ ਵੇਲੇ ਡੀਜੀਪੀ ਸੁਮੇਧ ਸੈਣੀ ਸੀ, ਸੁਮੇਧ ਸੈਣੀ ਤੋਂ ਪੁੱਛਗਿੱਛ ਹੋ ਚੁੱਕੀ ਹੈ। ਕਈ ਘੰਟੇ ਸੁਮੇਧ ਸੈਣੀ ਤੋਂ ਪੁੱਛਗਿੱਛ ਹੋ ਚੁੱਕੀ ਹੈ। ਤਾਂ ਹੁਣ ਸੁਮੇਧ ਸੈਣੀ ਤੋਂ ਬਾਅਦ ਜਿਹੜੇ ਉਸ ਵੇਲੇ ਦੇ ਜਿਹੜੇ ਹੋਮ ਮਿਨਿਸਟਰ ਸੀਗੇ ਔਰ ਉਸ ਵੇਲੇ ਦੇ ਜਿਹੜੇ ਡਿਪਟੀ ਸੀਐਮ ਸੀਗੇ, ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਏਗੀ। जी पंकज, लगता है कि मामला जल्द सुलझेगा क्योंकि बहुत लंबा समा हुण हो चुका है, लोग इंसाफ की उड़ीक कर रहे हैं, लेकिन इस मामले दे विच लगातार जांच हो रही है, लगातार पुछगिछ भी की जा रही है। अकाली दल ने इस मामले ते सियासी बदलाखोरी इसनूं करार दिता है कि जो उन्हां ते इल्जाम लगाए जाते रहंदे ने ਉਹ सियासत के तहत लगाए जाते हैं। लेकिन दूसरे पासे इंसाफ के लिए अजे तक उड़ीक जारी है, अजे भी जांच ही चल रही है। अजे तक कुछ भी असी कहिए कि पुख्ता तौर पर सामने नहीं आया या फिर असी कहिए कि अजे तक ये मामला हल नहीं होया।
ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ, ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖਬਰ ਹੈ। ਕੋਟਕਪੂਰਾ ਗੋਲੀकांड ਦੇ ਵਿੱਚ ਪੁੱਛਗਿੱਛ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਹੈ। 30 ਅਗਸਤ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ। 30 ਅਗਸਤ ਨੂੰ 10:30 ਵਜੇ ਸਵੇਰੇ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ ਹੈ। ਪੁੱਛਗਿੱਛ ਹੋਏਗੀ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ। ਗੋਲੀकांड ਵਾਪਰਿਆ ਸੀ, ਇਸ ਮਾਮਲੇ ਦੀ ਕੀ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਸੀ, ਕਿਸਨੇ ਹੁਕਮ ਦਿੱਤੇ? ਕਿਉਂਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਜਿੱਥੇ ਡਿਪਟੀ ਮੁੱਖ ਮੰਤਰੀ ਸੀ, ਉੱਥੇ ਹੀ ਉਹਨਾਂ ਦੇ ਕੋਲ ਗ੍ਰਹਿ ਵਿਭਾਗ ਵੀ ਸੀ, ਹੋਮ ਮਿਨਿਸਟਰ ਵੀ ਸੀ। ਤਾਂ ਇਸ ਨੂੰ ਲੈ ਕੇ ਪੁੱਛਗਿੱਛ ਹੁਣ ਕੀਤੀ ਜਾਵੇਗੀ ਕਿ ਹੁਕਮ ਕਿਸਨੇ ਦਿੱਤੇ, ਕੀ ਉਹਨਾਂ ਨੂੰ ਇਸ ਸਭ ਦੀ ਜਾਣਕਾਰੀ ਸੀ। ਇਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਲਗਾਤਾਰ ਇਲਜ਼ਾਮ ਲਗਾਏ ਜਾਂਦੇ ਰਹੇ ਨੇ, ਲੇਕਿਨ ਅਕਾਲੀ ਦਲ ਦੇ ਵੱਲੋਂ ਇਸ ਮਾਮਲੇ ਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਸਿਆਸਤ ਕੀਤੀ ਜਾਂਦੀ ਰਹੀ ਹੈ। ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੁੜ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਵਲਟੋਹਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਕਿਵੇਂ ਦੇਖ ਰਹੇ ਹੋ, ਐਸਆਈਟੀ ਦੇ ਵੱਲੋਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ ਸੱਦਿਆ ਜਾ ਰਿਹਾ ਹੈ? ਦੇਖੋ, ਜੋ ਵੀ ਜਿਹੜੀ ਐਸਆਈਟੀ ਹੈ ਮਨਾਸਬ ਸਮਝਦੀ ਹੈ ਉਹਨੂੰ ਕਰਨਾ ਚਾਹੀਦਾ ਹੈ, ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਔਰ ਕਿਉਂਕਿ ਉਸ ਸਮੇਂ ਜਿਹੜੇ ਗ੍ਰਹਿ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਸਨ ਜੀ, ਕੋਈ ਉਹਨਾਂ ਕੋਲੋਂ ਜਾਣਕਾਰੀ ਲੈਣੀ ਐਸਆਈਟੀ ਮਨਾਸਬ ਸਮਝਦੀ ਹੋਊਗੀ, ਤੇ ਇਸ ਕਰਕੇ ਜੇ ਉਹਨਾਂ ਨੇ ਸੱਦਿਆ ਤੇ ਕੋਈ ਚੰਬੇ ਵਾਲੀ ਗੱਲ ਤਾਂ ਨਹੀਂ। ਐਸਆਈਟੀ ਤੇ ਜਦੋਂ ਪਹਿਲਾਂ ਵੀ ਬਣੀ ਸੀਗੀ, ਜਿਹੜੀ ਪ੍ਰਮੋਦ ਬਾਣ ਹੋਰਾਂ ਦੀ ਅਗਵਾਈ ਦੇ ਥੱਲੇ ਬਣੀ ਸੀ, ਪ੍ਰਬੋਧ ਕੁਮਾਰ ਹੋਰਾਂ ਦੀ ਅਗਵਾਈ ਦੇ ਥੱਲੇ ਬਣੀ ਸੀਗੀ ਜੀ, ਉਹਨੇ ਵੀ ਉਦੋਂ ਉਹਨਾਂ ਨੂੰ ਜਿਹੜੇ ਆ ਬਕਾਇਦਾ ਉਹਨਾਂ ਨੂੰ ਸਵਾਲ ਜਵਾਬ ਕੀਤੇ ਸੀਗੇ। ਤੇ ਸਵਾਲ ਜਵਾਬ ਆਪਦੇ ਕਰਨ, ਕਿਉਂਕਿ ਸੁਖਬੀਰ ਸਿੰਘ ਬਾਦਲ ਉਸ ਸਮੇਂ ਬਕਾਇਦਾ ਪੰਜਾਬ ਤੋਂ ਬਾਹਰ ਸੀਗੇ। ਹਾਂਜੀ, ਉਹਨਾਂ ਦੀ ਨੌਲੇਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾ ਉਹ ਕਿਸੇ ਤਰ੍ਹਾਂ ਦੇ ਸੰਪਰਕ ਦੇ ਵਿੱਚ ਸਨ ਕਿਸੇ ਦੇ ਵੀ। ਤੇ ਇਸ ਕਰਕੇ ਜਿਹੜਾ ਆ ਉਹ ਘਟਨਾ ਜਿਹੜੀ ਵਾਪਰੀ ਆ ਉਹਦਾ ਤੱਥ ਸਾਹਮਣੇ ਆ ਚੁੱਕੇ ਆ, ਕਿਉਂਕਿ ਮੌਕੇ ਦੇ ਐਸਡੀਐਮ ਦੇ ਹੁਕਮਾਂ ਦੇ ਉੱਤੇ ਪਹਿਲੋਂ ਜਿਹੜੀਆਂ ਪਾਣੀ ਦੀਆਂ ਵਿਛਾੜਾਂ, ਫਿਰ ਸ਼ਾਇਦ ਲਾਠੀ ਚਾਰਜ ਦੀ, ਫਿਰ ਜਿਹੜੀ ਹਵਾਈ ਫਾਇਰਿੰਗ ਦੀ ਜਿਹੜੀ ਆ, ਇਹ ਜਿਹੜੇ ਤਿੰਨੇ ਆਰਡਰ ਨੇ ਐਸਡੀਐਮ ਵੱਲੋਂ ਕੀਤੇ ਗਏ ਨੇ। ਅੱਜ ਵੀ ਐਸਡੀਐਮ ਉਸੇ ਗੱਲ ਤੇ ਸਟੈਂਡ ਕਰਦਾ ਹੈ ਕਿ ਮੇਰੇ ਹੁਕਮਾਂ ਦੇ ਉੱਤੇ ਮੈਂ ਐਜ਼ ਏ ਮੈਜਿਸਟ੍ਰੇਟ ਉੱਥੇ ਤਾਇਨਾਤ ਸੀਗਾ। ਘਟਨਾ ਮਾੜੀ ਹੋਈ ਹੈ, ਜੋ ਕੁਝ ਵੀ ਹੋਇਆ ਆ ਨਹੀਂ ਸੀ ਵਾਪਰਨਾ ਚਾਹੀਦਾ। ਪੁਲਿਸ ਨੂੰ ਹੋਰ ਵੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੈਂਡਲ ਕਰਨਾ ਚਾਹੀਦਾ ਸੀ, ਕਿਉਂਕਿ ਜਜ਼ਬਾਤਾਂ ਦੇ ਨਾਲ, ਭਾਵਨਾਵਾਂ ਦੇ ਨਾਲ, ਧਰਮ ਦੇ ਨਾਲ ਜੁੜਿਆ ਹੋਇਆ ਮਸਲਾ ਸੀਗਾ। ਹੁਣ ਇਹ ਇਨਵੈਸਟੀਗੇਸ਼ਨ ਦਾ ਮਸਲਾ ਹੈ ਕਿ ਇਹਦੇ 'ਚ ਪੁਲਿਸ ਦਾ ਕਿੱਥੇ ਦੋਸ਼ ਹੈ, ਕੀ ਦੋਸ਼ ਹੈ, ਐਸਆਈਟੀ ਸਾਹਮਣੇ ਲੈ ਕੇ ਆਊਗੀ। ਅਸੀਂ ਆਸ ਕਰਦੇ ਹਾਂ ਕਿ ਐਸਆਈਟੀ ਜਿਹੜੀ ਹੈ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂਗੀ। ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੇ ਕਹਾਣੀਆਂ ਘੜੀਆਂ ਸੀਗੀਆਂ ਜੀ, ਮਨੋਹਰ ਕਹਾਣੀਆਂ ਤੇ ਜਿਹੜੀਆਂ ਹਾਈ ਕੋਰਟ ਦੇ ਵਿੱਚੋਂ ਖਾਰਜ ਹੀ ਨਹੀਂ ਹੋਈਆਂ, ਤੇ ਇੱਕ ਤਰ੍ਹਾਂ ਦੇ ਸਟਰਕਚਰ ਵੀ ਪਾਸ ਹੋਏ ਸੀ ਜਿਹਨੇ ਇਨਵੈਸਟੀਗੇਸ਼ਨ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਨੇ, ਔਰ ਉਹਨੂੰ ਸਾਰੇ ਉਹਦੇ ਤੱਥਾਂ ਨੂੰ, ਉਹਦੀ ਕਹਾਣੀ ਨੂੰ ਸਾਰੀ ਨੂੰ ਝੂਠਿਆ ਕੀਤਾ ਗਿਆ ਸੀ। ਅਜਿਹਾ ਨਹੀਂ ਹੋਊਗਾ ਕਿ ਇੱਕ ਪੋਲੀਟੀਕਲ ਮੋਟਿਵ ਦੇ ਤਹਿਤ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਸੀ, ਉਸ ਤਰ੍ਹਾਂ ਹੁਣ ਦੀ ਜਿਹੜੀ ਐਸਆਈਟੀ ਕਰੂਗੀ। ਅਸੀਂ ਚਾਹੁੰਦੇ ਹਾਂ ਕਿ ਸੱਚ ਆਵੇ ਜੀ, ਸੱਚ ਦਾ ਸਾਨੂੰ ਕੋਈ ਇਤਰਾਜ਼ ਨਹੀਂ। ਸਾਡੇ ਨਾਲ ਮਲਵਿੰਦਰ ਕੰਗ ਵੀ ਜੁੜ ਗਏ ਨੇ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ। ਕੰਗ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਪਹਿਲਾਂ ਵੀ ਪਿਛਲੀ ਐਸਆਈਟੀ ਨੇ ਵੀ ਪੁੱਛਗਿੱਛ ਕੀਤੀ ਸੀ। ਵਿਰਸਾ ਸਿੰਘ ਵਲਟੋਹਾ ਕਹਿ ਰਹੇ ਨੇ ਕਿ ਜਾਂਚ ਬਿਲਕੁਲ ਹੋਣੀ ਚਾਹੀਦੀ ਹੈ, ਜਿਸ ਵੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ, ਲੇਕਿਨ ਬਹੁਤ ਲੰਬਾ ਸਮਾਂ ਹੋ ਗਿਆ, ਜਾਂਚ ਲਗਾਤਾਰ ਚੱਲ ਰਹੀ ਹੈ। ਵਿਰਸਾ ਸਿੰਘ ਵਲਟੋਹਾ ਕਹਿ ਰਹੇ ਨੇ ਕਿ ਤੱਥ ਸਾਹਮਣੇ ਆ ਚੁੱਕੇ ਨੇ। ਐਸਡੀਐਮ ਨੇ ਹੁਕਮ ਦਿੱਤੇ ਸੀ, ਸੁਖਬੀਰ ਸਿੰਘ ਬਾਦਲ ਸੂਬੇ ਦੇ ਵਿੱਚ ਮੌਜੂਦ ਨਹੀਂ ਸੀ, ਨਾ ਉਹਨਾਂ ਨੂੰ ਇਸ ਦੀ ਜਾਣਕਾਰੀ ਸੀ। ਦੇਖੋ ਅਰਸ਼ਦੀਪ, 2015 ਚ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਆ, ਔਰ ਉਸ ਟਾਈਮ ਸਾਰਿਆਂ ਨੂੰ ਪਤਾ ਹੈ ਬਾਦਲ ਸਾਹਿਬ ਦੀ ਸਰਕਾਰ ਸੀ, ਔਰ ਸੁਖਬੀਰ ਸਿੰਘ ਬਾਦਲ ਜੀ ਉਸ ਟਾਈਮ ਡਿਪਟੀ ਸੀਐਮ ਦੇ ਨਾਲ ਹੋਮ ਮਿਨਿਸਟਰ ਵੀ ਸੀਗੇ, ਔਰ 2-2.5 ਸਾਲ ਇਹਨਾਂ ਦੀ ਵੀ ਸਰਕਾਰ ਰਹੀ, ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਕਾਂਗਰਸ ਨੇ ਸਰਕਾਰ ਬਣਾ ਲਈ, ਲੋਕਾਂ ਨੂੰ ਇਹ ਕਹਿ ਕੇ ਬੇਅਦਬੀ ਦਾ ਇਨਸਾਫ ਹੋਊਗਾ। ਤੇ ਲੇਕਿਨ 7 ਸਾਲ ਹੋ ਗਏ, ਤਕਰੀਬਨ 7-7.5 ਸਾਲ, ਤੇ ਸਿੱਟਾ ਕੋਈ ਕਨਕਲੂਜਨ ਜਿਹੜਾ ਆ, ਜਾਂ ਜਿਹਨੂੰ ਕਹਿ ਲਓ ਬਈ ਕੁਛ ਵੀ ਨਹੀਂ ਨਿਕਲਿਆ, ਨਾ ਇਨਸਾਫ ਹੋਇਆ ਤੇ ਨਾ ਕੋਈ ਕੰਕਰੀਟ ਇਹਦੀ ਸੱਚਾਈ ਸਾਹਮਣੇ ਆਈ। ਸੋ ਮਾਨ ਸਾਹਿਬ ਦੀ ਸਰਕਾਰ ਤੇ ਇਹ ਗੱਲ ਦੀ ਜ਼ਿੰਮੇਵਾਰੀ ਵੀ ਆ, ਔਰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਅਦਾ ਵੀ ਕੀਤਾ ਆ, ਔਰ ਇਹ ਇੱਕ ਬੜਾ ਭਾਵਨਾਤਮਕ ਔਰ ਲੋਕਾਂ ਦੀਆਂ ਇਮੋਸ਼ਨਸ ਨਾਲ ਜੁੜਿਆ ਬੜਾ ਗੰਭੀਰ ਇਸ਼ੂ ਹੈ, ਔਰ ਉਹਦੀ ਬੜੀ ਪਹਿਲੇ ਦਿਨ ਤੋਂ ਹੀ ਮਾਨ ਸਾਹਿਬ ਦੀ ਸਰਕਾਰ ਲੱਗੀ ਆ ਵੀ ਇਹ ਸੱਚਾਈ ਵੀ ਸਾਹਮਣੇ ਆਵੇ, ਤੇ ਨਾਲ ਜਿਹੜੇ ਦੋਖੀ ਹੈ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਉਹਨਾਂ ਦੇ ਖਿਲਾਫ ਹੋਵੇ।
ਲੇਕਿਨ ਜੋ ਇਨਸਾਫ ਮੋਰਚਾ ਲੱਗਿਆ ਹੋਇਆ ਹੈ, ਲਗਾਤਾਰ ਉਹਨਾਂ ਦੇ ਨਾਲ ਵੀ ਸਰਕਾਰ ਦੀ ਪ੍ਰਸ਼ਾਸਨ ਦੀ ਗੱਲਬਾਤ ਹੋਈ ਹੈ, ਉਹਨਾਂ ਨੇ ਸਮਾਂ ਵੀ ਦਿੱਤਾ, ਲੇਕਿਨ ਉਹ ਕਿਤੇ ਨਾ ਕਿਤੇ ਸੰਤੁਸ਼ਟ ਨਜ਼ਰ ਨਹੀਂ ਆਏ ਕਿ ਉਹ ਸਬਸਟੈਂਸ਼ੀਅਲ ਕੁਝ ਨਹੀਂ ਹੋਇਆ ਜਿੰਨਾ ਸਮਾਂ ਉਹਨਾਂ ਨੇ ਦਿੱਤਾ ਸੀ। ਉਹਨਾਂ ਨੇ ਸੁਖਰਾਜ ਸਿੰਘ ਨੇ ਇਸ ਗੱਲ ਦੇ ਬਾਰੇ ਵੀ ਕਿਹਾ ਕਿ ਹੁਣ ਅਸੀਂ ਸਮਾਂ ਨਹੀਂ ਦੇ ਸਕਦੇ, ਜਾਂ ਫਿਰ ਮੋਰਚੇ ਦੇ ਵੱਲੋਂ ਹੁਣ ਅਗਲਾ ਕਦਮ ਵੀ ਰੱਖਿਆ ਜਾ ਰਿਹਾ ਹੈ। 3 ਮਹੀਨੇ ਦਾ ਪਹਿਲਾਂ ਸਮਾਂ ਦਿੱਤਾ, ਫਿਰ 15 ਦਿਨ ਦਾ ਸਮਾਂ ਦਿੱਤਾ, ਲੇਕਿਨ ਉਹ ਜਲਦੀ ਦੇ ਨਾਲ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਬਹੁਤ ਲੰਬਾ ਸਮਾਂ ਹੋ ਗਿਆ, 7 ਸਾਲ ਹੋ ਗਏ, ਲੇਕਿਨ ਅਜੇ ਤੱਕ ਹੱਲ ਨਹੀਂ ਨਿਕਲਿਆ। ਡੈਫੀਨਿਟਲੀ ਅਰਸ਼ਦੀਪ, ਮੈਂ ਉਹੀ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਹਜੇ 7.5 ਸਾਲ ਦੀ ਇਨਵੈਸਟੀਗੇਸ਼ਨ ਹੈ, ਉਹਦਾ ਜਿਹੜਾ ਫਸਟ ਪ੍ਰਭਾਵ ਤੇ ਇਹੀ ਹੁੰਦਾ ਹੈ ਵੀ ਜਾਂ ਤੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਮਲਵਿੰਦਰ ਕੰਗ ਜੀ, ਮੈਂ ਤੁਹਾਨੂੰ ਰੋਕਣਾ ਚਾਹਾਂਗੀ, ਜੁੜੇ ਰਹੋ। ਅਸੀਂ ਕਾਪੀ ਦਿਖਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਨੂੰ, ਜੋ ਸਮਨ ਭੇਜੇ ਗਏ ਨੇ ਐਸਆਈਟੀ ਦੇ ਵੱਲੋਂ। ਪੁੱਛਗਿੱਛ ਸੁਖਬੀਰ ਸਿੰਘ ਬਾਦਲ ਤੋਂ ਕੀਤੀ ਜਾਵੇਗੀ। ਉਸ ਵੇਲੇ ਜਿਸ ਵੇਲੇ ਇਹ ਗੋਲੀकांड ਵਾਪਰਿਆ, ਉਸ ਵੇਲੇ ਡਿਪਟੀ ਮੁੱਖ ਮੰਤਰੀ ਵੀ ਸੀ, ਹੋਮ ਮਿਨਿਸਟਰ ਵੀ ਸੀ, ਗ੍ਰਹਿ ਵਿਭਾਗ ਉਹਨਾਂ ਦੇ ਕੋਲ ਸੀ। 30 ਅਗਸਤ ਨੂੰ ਉਹਨਾਂ ਨੂੰ ਸੱਦਿਆ ਗਿਆ ਹੈ, ਪੰਜਾਬ ਪੁਲਿਸ ਆਫਿਸ ਦੇ ਵਿੱਚ ਸੱਦਿਆ ਗਿਆ ਹੈ, ਹੈੱਡਕੁਆਰਟਰਸ ਦੇ ਵਿੱਚ ਸੱਦਿਆ ਗਿਆ ਹੈ 10:30 ਵਜੇ ਸਵੇਰੇ, ਤੇ ਉੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਵਿਰਸਾ ਸਿੰਘ ਵਲਟੋਆ ਵੀ ਸਾਡੇ ਨਾਲ ਜੁੜੇ ਹੋਏ ਨੇ। ਵਲਟੋਆ ਜੀ, ਕੀ ਕੁਝ ਕਹਿਣਾ ਚਾਹੋਗੇ? ਮਲਵਿੰਦਰ ਕੰਗ ਕਹਿ ਰਹੇ ਨੇ ਕਿ 7 ਸਾਲ ਤੋਂ ਇਨਸਾਫ ਦੀ ਲੋਕ ਉਡੀਕ ਕਰ ਰਹੇ ਨੇ, ਨਾ ਪਿਛਲੀ ਸਰਕਾਰ ਨੇ ਇਨਸਾਫ ਕੀਤਾ, ਨਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਉਹਨਾਂ ਨੇ ਇਨਸਾਫ ਕੀਤਾ, ਲੇਕਿਨ ਹੁਣ ਮਾਨ ਸਰਕਾਰ ਇਸ ਮਾਮਲੇ 'ਚ ਜਲਦ ਇਨਸਾਫ ਕਰੇਗੀ। ਦੇਖੋ, ਇਹ 'ਚ ਕੋਈ ਡਰਾਮਾ ਨਹੀਂ ਕਿ ਜਿਹੜੀ ਵੀ ਘਟਨਾ 2015 ਚ ਵਾਪਰੀ ਅਕਤੂਬਰ ਮਹੀਨੇ ਦੇ ਵਿੱਚ, ਹਰੇਕ ਚਿੰਤਾਜਨਕ ਤੇ ਦੁਖਦਾਇਕ ਹੈ ਜੀ। ਪਰ ਸਭ ਤੋਂ ਜਿਹੜੀ ਪੀੜਾਦਾਇਕ ਘਟਨਾਵਾਂ ਸੀ ਉਹ ਸਨ ਬੇਅਦਬੀ ਦੀਆਂ। ਤੇ ਬੇਅਦਬੀ ਦੇ ਬਾਰੇ ਜੋ ਐਸਆਈਟੀ ਬਣਾਈ ਗਈ ਸੀ, ਜਿਹਨੇ ਇਨਵੈਸਟੀਗੇਸ਼ਨ ਕੀਤੀ ਆ, ਐਸਪੀਐਸ ਪਰਮਾਰ ਜਿਹੜੇ ਆਈਜੀ ਸੀਗੇ, ਉਹਨਾਂ ਨੇ ਰਿਪੋਰਟ ਤਿਆਰ ਕਰਕੇ, ਚਲਾਨ ਤਿਆਰ ਕਰਕੇ, ਕੋਰਟ ਦੇ ਵਿੱਚ ਪੇਸ਼ ਕਰਕੇ, ਉਹਨੂੰ ਇੱਕ ਕਿਤਾਬ ਦਾ ਰੂਪ ਦੇ ਕੇ, ਇੱਕ ਰਿਪੋਰਟ ਦਾ ਰੂਪ ਦੇ ਕੇ, ਜਿਹੜੀ ਕਿ ਹੁਣ ਜਨਤਕ ਵੀ ਹੋ ਚੁੱਕੀ ਹੈ, ਤੇ ਜਨਤਕ ਵੀ ਕਿੰਨੇ ਕੀਤੀ ਹੈ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜੀ। ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀ ਰਿਪੋਰਟ ਜਨਤਕ ਕੀਤੀ ਆ, ਜਿਹੜਾ ਇਹ ਵਾਰ-ਵਾਰ ਰੌਲਾ ਪਾਉਂਦੇ ਸੀ, ਚਾਹੇ ਕੇਜਰੀਵਾਲ ਪਾਉਂਦਾ ਸੀ, ਚਾਹੇ ਭਗਵੰਤ ਮਾਨ ਪਾਉਂਦਾ ਸੀ, ਜਾਂ ਹੋਰ ਜਿਹੜੇ ਇਹਨਾਂ ਦੇ ਪਾਉਂਦੇ ਸੀਗੇ, ਉਹ ਸਿੱਧਾ ਹੀ ਕਹਿੰਦੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀਆਂ ਜਿਹੜੀਆਂ ਨੇ ਵੋਟਾਂ ਦੀ ਖਾਤਰ ਬੇਅਦਬੀਆਂ ਕਰਵਾਈਆਂ। ਉਹ ਤੱਥ ਆ ਗਏ ਸਾਹਮਣੇ, ਉਹ ਸੱਚ ਆ ਗਿਆ ਸਾਹਮਣੇ, ਆ ਗਿਆ ਨਾ। ਉਹਦੇ ਚ ਜੋ ਕੁਛ ਵੀ ਹੈ, ਜਿਹਦਾ ਵੀ ਕਿਸੇ ਦਾ ਰੋਲ ਹੈ, ਉਹਦਾ ਸਾਰਾ ਕੁਛ ਐਸਆਈਟੀ ਨੇ ਸਾਹਮਣੇ ਲਿਆਣ ਦਿੱਤਾ। ਹੁਣ ਦੂਸਰੀ ਗੱਲ ਜਿਹੜੀ ਹੈ, ਮੈਂ ਪਹਿਲੋਂ ਇੱਥੋਂ ਸ਼ੁਰੂਆਤ ਕੀਤੀ ਹੈ ਕਿ ਐਸਆਈਟੀ ਨੂੰ ਜਿਹੜਾ ਆ ਸੱਚ ਸਾਹਮਣੇ ਲਿਆਉਣਾ ਚਾਹੀਦਾ ਆ। ਇਹਦਾ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਪਰ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਘੋੜਾ ਬਣਾ ਕੇ ਵਰਤਿਆ ਸੀ ਕੇਜਰੀਵਾਲ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ ਸਮਝਦੇ ਸੀ ਮੈਂ ਵਰਤ ਰਿਹਾ, ਤੇ ਉਧਰੋਂ ਕੇਜਰੀਵਾਲ ਦੇ ਇਸ਼ਾਰਿਆਂ ਤੇ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ, ਤੇ ਜਿਹਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਝਿੜਕਾਂ ਹੀ ਨਹੀਂ ਮਾਰੀਆਂ, ਸਟ੍ਰਕਚਰ ਪਾਸ ਕੀਤੇ ਨੇ। ਤੇ ਉਸ ਬੰਦੇ ਬਾਰੇ ਉਸ ਰਿਪੋਰਟ ਆਉਣ ਤੋਂ ਬਾਅਦ, ਉਸ ਹੁਕਮ ਆਉਣ ਤੋਂ ਬਾਅਦ ਵੀ ਕੇਜਰੀਵਾਲ ਕਹਿੰਦਾ ਸੀ ਸਾਡਾ ਕੁੰਵਰ ਵਿਜੇ ਪ੍ਰਤਾਪ ਜੀ ਇਹਨਾਂ ਵਾਲੀ ਰਿਪੋਰਟ ਪੈਂਦੇ ਹੀ ਲਾਗੂ ਕਰਾਂਗੇ ਜੀ। ਕਿੱਥੇ ਉਹ ਰਿਪੋਰਟ? ਦੂਸਰੀ ਗੱਲ ਜਿਹੜੀ ਗੋਲੀ ਵਾਲੀ ਗੱਲ ਜਿਹੜੀ ਕੀਤੀ ਜਾਂਦੀ ਆਮ ਕਰਕੇ ਇਹਨਾਂ ਵੱਲੋਂ ਕੀਤੀ ਜਾਂਦੀ ਹੈ, ਕਿਸੇ ਹੋਰ ਵੱਲੋਂ ਕੀਤੀ ਜਾਂਦੀ ਹੈ, ਕਿ ਗੋਲੀ ਜਿਹੜੀ ਹੈ ਜੀ ਮੁੱਖ ਮੰਤਰੀ ਦੇ ਹੁਕਮ ਤੋਂ ਬਿਨਾਂ, ਗ੍ਰਹਿ ਮੰਤਰੀ ਦੇ ਹੁਕਮ ਤੋਂ ਬਿਨਾਂ ਚੱਲਦੀ ਨਹੀਂ। ਪਹਿਲੀ ਤੇ ਗੱਲ ਕਿ ਗੋਲੀ 2014 ਦੇ ਵਿੱਚ, 2004 ਦੇ ਵਿੱਚ ਮਾਨਾਂਵਾਲੇ ਵੀ ਚੱਲੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਕਿਸਾਨਾਂ ਦੀ ਐਜੀਟੇਸ਼ਨ ਸੀ, 2 ਕਿਸਾਨ ਸ਼ਹੀਦ ਹੋਏ, ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੇ ਚੱਲੀ ਸੀ। 2006 ਦੇ ਵਿੱਚ ਗੋਲੀ ਚੱਲੀ ਕਿਸਾਨਾਂ ਦੇ ਉੱਤੇ, ਟਰਾਈਡੈਂਟ ਬਰਨਾਲਾ ਦੇ ਵਿੱਚ, ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੇ ਚੱਲੀ ਸੀ, ਜਿੱਥੇ ਕਿਸਾਨ ਸ਼ਹੀਦ ਹੋਏ। ਫਿਰ ਉਸ ਤੋਂ ਬਾਅਦ ਜਿਹੜੀ ਹੈ 2020 ਦੇ ਵਿੱਚ ਇੱਥੇ ਮੇਰੇ ਸੁਰ ਸਿੰਘ ਦੇ ਲਾਗੇ ਜਿਹੜਾ ਆ, ਉੱਥੇ 2 ਨਿਹੰਗ ਮਾਰ ਦਿੱਤੇ ਗਏ, ਗੋਲੀਆਂ ਮਾਰ ਕੇ ਸ਼ਰੇਆਮ। ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੇ ਚੱਲੀ ਸੀ। ਕੀ ਆ ਜਿਹੜੀ 29 ਅਪ੍ਰੈਲ ਲੰਘੀ ਹੈ, ਜਿਹੜੀ ਪਟਿਆਲਾ ਦੇ ਵਿੱਚ ਇੰਸੀਡੈਂਟ ਹੋਇਆ, ਜਿਹੜਾ ਦੋ ਪਾਸਿਆਂ ਦਾ ਕਲੈਸ਼ ਹੋਇਆ ਸੀਗਾ, ਜਿਹਦੇ ਵਿੱਚ ਪੁਲਿਸ ਸ਼ਰੇਆਮ ਗੋਲੀ ਚਲਾਉਂਦੀ ਹੈ, ਐਸਐਸਪੀ ਚਲਾਉਂਦਾ ਆ, ਪੁਲਿਸ ਦੀ ਗੋਲੀ ਦੇ ਨਾਲ ਸਿੱਖ ਜ਼ਖਮੀ ਹੁੰਦਾ ਆ। ਹਾਂਜੀ, ਕੀ ਉਹ ਭਗਵੰਤ ਮਾਨ ਦੇ ਹੁਕਮ ਤੇ ਚੱਲੀ ਸੀ? ਭਗਵੰਤ ਮਾਨ ਦੇ ਹੁਕਮ ਤੇ ਚੱਲੀ ਸੀ। ਕੰਗ ਜੀ ਸਿੱਧੇ ਸਿਆਸਤ ਦੇ ਇਲਜ਼ਾਮ ਲਗਾ ਰਹੇ ਨੇ ਕਿ ਪਿਛਲੀ ਸਰਕਾਰ ਨੇ ਵੀ ਸਿਆਸਤ ਕੀਤੀ ਤੇ ਹੁਣ ਵੀ ਸਿਆਸਤ ਹੋ ਰਹੀ ਹੈ। ਮੇਰੀ ਇੱਕ ਬੇਨਤੀ ਹੈ, ਇੱਕ ਤੇ ਮੈਨੂੰ ਹੁਣ ਟਾਈਮ ਦੇ ਦਿਓ, ਵਲਟੋਆ ਸਾਹਿਬ ਨੇ ਕਾਫੀ ਟਾਈਮ ਦਿਆ ਹੈ। ਜੀ ਇੱਕ ਗੱਲ ਮੈਂ ਬੇਨਤੀ ਕਰੂੰਗਾ ਵਲਟੋਆ ਸਾਹਿਬ ਨੂੰ, ਵਲਟੋਆ ਸਾਹਿਬ ਮੈਂ ਕਦੀ ਵੀ ਤੂੰ ਤੜਕ ਕਰਕੇ ਗੱਲ ਨਹੀਂ ਕਰਦਾ, ਮੈਂ ਬਾਦਲ ਸਾਹਿਬ ਹੀ ਕਹਿਣਾ ਹੈ ਕਿ ਉਹ ਭਾਵੇਂ ਹੁਣ ਸਾਡੇ ਵਿਰੋਧੀ ਹੈ ਨਹੀਂ ਹੈ, ਇੱਕ ਇਲੈਕਟਡ ਸੀਐਮ, ਚਾਹੇ ਉਹ ਕੇਜਰੀਵਾਲ ਸਾਹਿਬ ਹੈ, ਮਾਨ ਸਾਹਿਬ ਹੈ, ਤੁਸੀਂ ਮੈਨੂੰ ਲੱਗਦਾ ਆਪਾਂ ਨੂੰ ਸ਼ੋਭਾ ਨਹੀਂ ਦਿੰਦੀ, ਔਰ ਤੁਸੀਂ ਮੇਰੇ ਤੋਂ ਉਮਰ 'ਚ ਵੀ ਵੱਡੇ ਹੋ, ਤਜਰਬੇ 'ਚ ਵੀ ਵੱਡੇ ਹੋ। ਇੱਕ ਗੱਲ ਤੇ ਇਹ ਆ। ਦੂਜੀ ਗੱਲ, ਵਲਟੋਆ ਸਾਹਿਬ ਨੇ ਇਹ ਗੱਲ ਕਹੀ ਵੀ ਪਰਮਾਰ ਸਾਹਿਬ ਵਾਲੀ ਜਿਹੜੀ ਹੈ
SIT ਦੀ ਗੱਲ ਬਿਲਕੁਲ ਉਹਦੇ 'ਚ ਜੋ ਸਾਹਮਣੇ ਆਇਆ ਵੀ ਡੇਰੇ ਵਾਲੇ ਨੇ ਬੇਅਦਬੀ ਕਰਵਾਈ ਸੀ, ਗੁਰੂ ਸਾਹਿਬ ਦਾ ਸਰੂਪ ਚੋਰੀ ਕਰਨ ਦਾ, ਪਾੜਨ ਦਾ ਮਾਮਲਾ, ਗਲੀਆਂ 'ਚ ਖਿਲਾਰਨ ਦਾ ਮਾਮਲਾ। ਲੇਕਿਨ ਇਹਦੇ ਨਾਲ ਬਲਟੋਆ ਸਾਹਿਬ ਇਹ ਗੱਲ ਭੁੱਲ ਗਏ ਕਿ ਬਾਦਲ ਸਾਹਿਬ ਤੇ ਦੋਸ਼ ਲੱਗਦੇ ਆ ਵੀ ਡੇਰੇ ਵਾਲੇ ਨੂੰ ਜਿਹੜੀ ਮਾਫੀ ਦਿੱਤੀ ਸੀ ਉਹ ਕਿਉਂ ਦਿੱਤੀ ਸੀ? ਉਹ ਰਾਜਨੀਤੀ, ਉਹ ਜਿਹੜੀ ਗੰਦੀ ਰਾਜਨੀਤੀ ਹੋਈ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ, ਉਹ ਕਿੰਨੇ ਕੀਤੀ? ਜਿਹੜਾ DGP ਲਾਇਆ ਸੀ ਬਾਦਲ ਸਾਹਿਬ ਨੇ ਸੈਣੀ, ਜਿਹਦੇ ਤੇ ਹਜ਼ਾਰਾਂ ਨੌਜਵਾਨ ਸਿੱਖਾਂ ਨੂੰ ਮਾਰਨ ਦੇ ਦੋਸ਼ ਹੈ, ਬਲਟੋਆ ਸਾਹਿਬ ਵੀ ਲਾਉਂਦੇ ਰਹੇ। ਉਹਨਾਂ ਨੇ ਜਿਹੜੇ ਨਿਹੱਥੇ ਸਿੰਘਾਂ ਤੇ ਜਿਹੜੇ ਬਾਣੀ ਗੁਰਬਾਣੀ ਪੜ੍ਹ ਰਹੇ ਸੀ, ਪਾਠ ਕਰ ਰਹੇ ਸੀ, ਉਹ ਜਿਹੜੇ ਸ਼ਹੀਦ ਕੀਤੇ ਉਹ ਵੀ ਬਾਦਲ ਸਾਹਿਬ ਦੀ ਸਰਕਾਰ ਸੀ ਔਰ ਡਿਪਟੀ CM ਸੁਖਬੀਰ ਜੀ ਸੀ ਔਰ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ। ਇਸ ਕਰਕੇ ਮੈਂ ਕਹਿੰਦਾ ਇਹ ਨਹੀਂ ਕਿ ਤੁਸੀਂ ਦੋਸ਼ ਮੁਕਤ ਹੋ ਗਏ। ਅਸੀਂ ਕਹਿੰਦੇ ਆ ਹੁਣ ਤੱਕ ਰਾਜਨੀਤੀ ਹੋਈ ਹੈ, ਚਾਹੇ ਕਾਂਗਰਸ ਦਾ ਲਾਈਵ ਸੈਸ਼ਨ, ਚਾਹੇ ਬਾਦਲ ਸਾਹਿਬ ਵੱਲੋਂ ਡੇਰੇ ਵਾਲੇ ਨੂੰ ਮਾਫੀ ਦੇਣਾ, ਤੇ ਮਾਫੀ ਦੇਣਾ ਵੀ ਕੋਈ ਸਾਜ਼ਿਸ਼ ਦਾ ਹਿੱਸਾ ਹੀ ਹੁੰਦਾ ਹੈ। ਲੇਕਿਨ ਅਸੀਂ ਚਾਹੁੰਦੇ ਆ ਵੀ ਕਾਨੂੰਨ ਦੇ ਹਿਸਾਬ ਨਾਲ ਸੱਚਾਈ ਸਾਹਮਣੇ ਆਵੇ। ਨਾ ਅਸੀਂ ਵੋਟਾਂ ਲੈਣੀਆਂ, ਨਾ ਅਸੀਂ ਕਿਸੇ ਨੂੰ ਮਾਫ ਕਰਨਾ ਤੇ ਨਾ ਕਿਸੇ ਨੂੰ ਬਚਾਉਣਾ। ਸਾਡਾ ਮਕਸਦ ਹੈ ਵੀ ਜਿਹੜੇ ਸੰਘਰਸ਼ ਕਰ ਰਹੇ ਆ, ਜਿਹੜੀ ਬੇਇਨਸਾਫੀ ਹੋਈ ਆ, ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਉਹਦੇ ਲਈ ਦੋਖੀ ਲੋਕਾਂ ਦੀ ਸੱਚਾਈ ਸਾਹਮਣੇ ਆਵੇ ਔਰ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੇ। ਇਸ ਕਰਕੇ ਪੱਲਾ ਨਹੀਂ ਤੁਸੀਂ ਝਾੜ ਸਕਦੇ। ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਬਲਟੋਆ ਸਾਹਿਬ ਉਹਨਾਂ ਦੀ ਸਰਕਾਰ ਨੇ ਬਾਦਲ ਸਾਹਿਬ ਦੇ ਟਾਈਮ, ਔਰ ਉਸ ਕਮਿਸ਼ਨ ਦੀ ਰਿਪੋਰਟ ਧੂੜ ਪਈ ਰਹੀ, ਬਾਹਰ ਗਲੀਆਂ 'ਚ ਰੁਲਦਾ ਰਿਹਾ, ਉੱਥੇ ਸੈਕਟਰੀਏਟ ਦੀ ਗੈਲਰੀ 'ਚ। ਕੋਈ ਇਹਨਾਂ ਨੇ ਉਸ ਰਿਪੋਰਟ ਨੂੰ ਪੜ੍ਹ ਕੇ ਤੇ ਕੁਝ ਕੀ ਕਰਨਾ ਸੀ, ਉਹਨੂੰ ਅੰਦਰ ਰੱਖਿਆ ਤੱਕ ਨਹੀਂ ਸੀ। ਇਸ ਤਰ੍ਹਾਂ ਤੇ ਇਹਨਾਂ ਤੇ ਮਤਲਬ ਲਾਪਰਵਾਹੀਆਂ ਆ ਰਹੀਆਂ। ਇਸ ਤਰ੍ਹਾਂ ਇਹ ਤੇ ਇਹਨਾਂ ਦੀ ਸੀਰੀਅਸਨੈਸ ਰਹੀ ਹੈ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ। ਇਹ ਪੁਰਾਣੀਆਂ ਕਹਾਣੀਆਂ ਸੁਣਾਉਣ ਲੱਗ ਜਾਂਦੇ 88 'ਚ ਹੋਇਆ, 87 'ਚ ਹੋਇਆ। ਅੱਜ ਮਸਲਾ ਜਿਹੜਾ ਆਇਆ ਆ ਉਹ ਜਿਹੜਾ ਗੁਰੂ 2015 ਅਕਤੂਬਰ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਬੇਅਦਬੀ ਹੋਈ ਆ, ਉਹਦੇ ਦੋਖੀ ਨੂੰ ਸਜ਼ਾ ਦੇਣ ਦੀ ਹੈ। ਮਾਨ ਸਾਹਿਬ ਦੀ ਸਰਕਾਰ ਡੈਫੀਨੇਟਲੀ ਦਊਗੀ ਔਰ ਸੱਚਾਈ ਪੰਜਾਬ ਦੇ ਲੋਕਾਂ ਸਾਹਮਣੇ ਆਊਗੀ। ਬਲਟੋਆ ਜੀ ਕੀ ਕੁਝ ਕਹਿਣਾ ਚਾਹੋਗੇ? ਕਈ ਸਾਰੇ ਇਲਜ਼ਾਮ ਲਗਾਏ ਨੇ, ਉਹਨਾਂ ਨੇ ਕਿਹਾ ਕਿ ਡੇਰੇ ਵਾਲੇ ਦਾ ਜੇ ਰੋਲ ਉਹਦੇ ਵਿੱਚ ਆਇਆ ਹੈ ਤਾਂ ਡੇਰੇ ਵਾਲੇ ਨੂੰ ਮਾਫੀ ਵੀ ਦਵਾਈ। ਦੇਖੋ ਮੈਂ ਬੇਨਤੀ ਕਰਾਂ ਜੀ, ਇਹਨਾਂ ਦਾ ਵਸ ਚੱਲੇ ਤੇ ਇਹ ਕਹਿ ਦੇਣ ਜਦੋਂ ਰਾਮ ਰਹੀਮ ਮੁਖੀ ਬਣਿਆ ਨਾ ਡੇਰੇ ਦਾ, ਤੇ ਉਹ ਵੀ ਕਾਲੀਆਂ ਨੇ ਬਣਾਇਆ ਸੀਗਾ। ਜੇ ਇਹਨਾਂ ਦਾ ਵਸ ਚੱਲੇ, ਜਦੋਂ ਕਿਤੇ ਪਤਾ ਨਹੀਂ ਕਦੋਂ ਬਣਿਆ, ਉਹ 90 'ਚ ਬਣਿਆ, 95 'ਚ ਬਣਿਆ, ਜਦੋਂ ਵੀ ਕਿਤੇ ਬਣਿਆ ਇਹਨਾਂ ਦਾ ਵਸ ਚੱਲੇ ਤੇ ਇਹ ਕਹਿਣ ਕਿ ਗੱਦੀ ਤੇ ਵੀ ਅਕਾਲੀ ਦਲ ਬਿਠਾ ਕੇ ਆਇਆ ਸੀਗਾ, ਕਿਉਂਕਿ ਇਹਦੇ ਕੋਲੋਂ ਬਾਅਦ 'ਚ ਬੇਅਦਬੀਆਂ ਕਰਵਾਉਣੀਆਂ ਸੀਗੀਆਂ। ਇਹਨਾਂ ਦਾ ਵਸ ਚੱਲੇ ਤੇ ਇੱਥੋਂ ਤੱਕ ਵੀ ਚਲੇ ਜਾਣ। ਮਾਫੀ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਔਰ ਜਥੇਦਾਰ ਸਾਹਿਬ ਅਸਤੀਫਾ ਦਿੰਦੇ ਸਮੇਂ ਉਹ ਕਹਿੰਦੇ ਕਿ ਮੈਥੋਂ ਗਲਤੀ ਹੋਈ, ਸਾਡੇ ਕੋਲੋਂ ਗਲਤੀ ਹੋਈ, ਮੈਂ ਸਮੁੱਚੇ ਸਿੱਖ ਪੰਥ ਕੋਲੋਂ ਮਾਫੀ ਮੰਗਦਾ ਆ ਕਿ ਮੈਂ ਸਿੱਖ ਭਾਵਨਾਵਾਂ ਨੂੰ ਨਹੀਂ ਸਮਝ ਸਕਿਆ, ਮੈਂ ਉਸ ਗਲਤੀ ਨੂੰ ਆਪਦੀ ਝੋਲੀ 'ਚ ਪਾਉਣਾ ਤੇ ਪੰਥ ਤੇ ਗੁਰੂ ਬਖਸ਼ਿੰਦਾ ਮੈਨੂੰ ਬਖਸ਼ ਲਵੇ। ਇਹ ਜਥੇਦਾਰ ਦੇ ਸ਼ਬਦ ਨੇ। ਹੁਣ ਜਿਹੜੀ ਗੱਲ, ਦੂਸਰੀ ਗੱਲ ਜਿਹੜੀ ਹੈ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਐਡਵੋਕੇਟ ਜਨਰਲ ਆਏ ਜੇ, ਜਿਹੜੇ ਹੁਣ ਲੱਗੇ ਹੋਏ ਨੇ, ਕੀ ਨਾਂ ਉਹਨਾਂ ਦਾ? ਅਰਸ਼ ਕੀ ਨਾਂ ਆ? ਜੀ ਵਿਨੋਦ ਕਈ। ਵਿਨੋਦ ਕਈ ਜੀ। ਤੇ ਵਿਨੋਦ ਕਈ ਕਿਹਦਾ ਵਕੀਲ ਹੈ? ਕਿਹਦਾ ਵਕੀਲ ਸੀਗਾ? ਮੇਰੇ ਕੋਲ ਜਵਾਬ ਲੈ ਲਿਓ। ਅਰਸ਼ ਕਿਹਦਾ ਵਕੀਲ ਸੀਗਾ? ਜੀ ਮਲਵਿੰਦਰ ਕੰਗ ਜੀ। ਨਹੀਂ ਮੈਂ ਅਰਸ਼ ਤੁਹਾਨੂੰ ਪੁੱਛ ਰਿਹਾ ਬੇਟੇ, ਮੈਂ ਬੇਟੇ ਤੁਹਾਨੂੰ ਪੁੱਛ ਰਿਹਾ। ਅਰਸ਼ ਜਿਹੜਾ ਵਿਨੋਦ ਕਈ ਸੀ ਕਿਹਦਾ ਵਕੀਲ ਸੀਗਾ? ਜੀ ਸੁਮੇਧ ਸੈਣੀ ਦਾ ਵਕੀਲ ਸੀ, ਲੇਕਿਨ ਇੱਕ ਵਕੀਲ ਦਾ ਪੇਸ਼ਾ ਹੁੰਦਾ ਉਹ। ਨਹੀਂ ਸਰਸੇਰ ਦਾ ਵਕੀਲ ਹੈਗਾ ਕਿ ਨਹੀਂ? ਸਰ ਤੁਸੀਂ ਵੀ ਹੋਈਏ, ਮੈਂ ਵੀ ਹੋਈ, ਉਹ ਕਿਸੇ ਦਾ ਵੀ ਕੇਸ ਲੜਦੇ ਹੋਏ। ਮੇਰੀ ਬੇਨਤੀ ਸਰਸੇਰ ਦਾ ਵਕੀਲ ਸੀ ਨਾ, ਰਾਮ ਰਹੀਮ ਦਾ ਵਕੀਲ ਸੀ ਨਾ। ਰਾਮ ਰਹੀਮ ਦੇ ਵਕੀਲ ਨੂੰ ਐਡਵੋਕੇਟ ਜਨਰਲ ਪੰਜਾਬ ਦਾ, ਜਿਹਨੇ ਸਮੁੱਚੇ ਪੰਜਾਬ ਦੀ ਕਾਨੂੰਨ ਦੀ ਬਾਗਡੋਰ ਸੰਭਾਲਣੀ ਹੈ, ਉਹਨੂੰ ਤੇ ਤੁਸੀਂ ਨਾ ਉਹ ਐਡਵੋਕੇਟ ਜਨਰਲ ਤੇ ਤੁਸੀਂ ਦੁੱਧ ਧੋਤੇ। ਹਾਂਜੀ। ਫਿਰ ਦੂਸਰੀ ਗੱਲ ਜਿਹੜੀ ਹੈ, ਮੈਂ ਇੱਕੋ ਗੱਲ ਕਰੂੰਗਾ ਕਿ ਜਿਹੜੀ 29 ਅਪ੍ਰੈਲ 2022 ਨੂੰ ਗੋਲੀ ਚੱਲੀ ਪਟਿਆਲੇ ਦੇ ਵਿੱਚ, ਮੈਨੂੰ ਉਹ ਦੱਸ ਦੇਣ ਕਿ ਕਿਹਦੇ ਹੁਕਮਾਂ ਤੇ ਚੱਲੀ ਹੈ, ਉਹ ਦੱਸਣ। ਠੀਕ ਹੈ ਜੀ। ਇੱਕ ਜਿਹੜੇ ਕਹਿੰਦੇ ਕਿ ਜੋਰਾ ਸਿੰਘ ਦੀ ਰਿਪੋਰਟ ਜਿਹੜੀ ਹੈ ਵੀ ਉਹ ਜਿਹੜੀ ਹੈ ਲਾਗੂ ਨਹੀਂ ਕੀਤੀ ਗਈ, ਜਾਂ ਤੁਹਾਡੀ ਸਰਕਾਰ ਅੱਜ ਲਾਗੂ ਕਰਦੇ ਹੋ? ਉਹ ਰੱਦ ਤਾਂ ਨਹੀਂ ਕੀਤੀ, ਅੱਜ ਲਾਗੂ ਕਰਦੇ ਹੋ। ਉਹ 'ਚ ਹੈ ਕੀ ਹੈ? ਉਹਦੇ 'ਚ ਹੈ ਕੀ ਹੈ? ਜੋਰਾ ਸਿੰਘ ਦੀ ਰਿਪੋਰਟ 'ਚ ਹੈ ਕੀ ਹੈ? ਉਹਦੇ ਤੋਂ ਕਲਰਕ ਵਧੀਆ ਰਿਪੋਰਟ ਤਿਆਰ ਕਰਦੇ। ਜਿਹੜੀ ਰਿਪੋਰਟ ਸੀ ਉਹਦੀ, ਅਸੀਂ ਲੋਕਾਂ ਕੋਲੋਂ ਮਜ਼ਾਕ ਉਡਾਉਣਾ ਸੀਗਾ? ਕਿਆ ਕਮਿਸ਼ਨ ਬਣਾਇਆ ਸੀ ਤੇ ਉਹਨੇ ਆਹ ਰਿਪੋਰਟ ਤਿਆਰ ਕੀਤੀ ਹੈ? ਉਹਦੇ ਤੋਂ ਕਲਰਕ ਇੱਕ ਵਧੀਆ ਬਣਾ ਦੇ ਰਿਪੋਰਟ, ਜਿਹੜੀ ਉਹਨੇ ਬਣਾਈ ਸੀ ਰਿਪੋਰਟ, ਉਹ ਲਾਗੂ ਕਰੋ। ਮੇਰਾ ਚੈਲੰਜ ਹੈ ਤੁਹਾਨੂੰ। ਜੀ ਚਲੋ ਜਵਾਬ ਲੈ ਲਈਏ। ਮਲਵਿੰਦਰ ਕੰਗ ਜੀ ਕੀ ਕੁਝ ਕਹਿਣਾ ਚਾਹੋਗੇ? ਸਿੱਧੇ ਇਲਜ਼ਾਮ ਲਗਾ ਰਹੇ ਨੇ ਕਿ ਜੇ ਡੇਰੇ ਨੂੰ ਮਾਫੀ, ਡੇਰਾ ਜਿਹੜਾ ਮੁਖੀ ਹੈ ਉਸ ਨੂੰ ਮਾਫੀ ਦਿਵਾਉਣ ਦੇ ਇਲਜ਼ਾਮ ਲਗਾਉਣੇ ਹੋ ਤਾਂ ਫਿਰ ਉਹਨਾਂ ਦੇ ਵਕੀਲ ਨੂੰ ਇਹ ਜੀ ਕਿਉਂ ਲਾਇਆ ਗਿਆ? ਸੁਣ ਲਓ ਨਾ ਬਲਟੋਆ ਸਾਹਿਬ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਅੱਜ ਤੁਹਾਡੇ ਮਨ ਸਤਿਕਾਰ ਉੱਠਿਆ ਨਾ, ਉਸ ਅਕਾਲ ਤਖਤ ਸਾਹਿਬ ਦੇ ਇੱਕ ਜਥੇਦਾਰ ਨੂੰ, ਜਿਨ੍ਹਾਂ ਨੂੰ ਤੁਸੀਂ ਤਲਬ ਕਰਦੇ ਸੀ ਮੁੱਖ ਮੰਤਰੀ ਇੱਥੇ ਰੈਜ਼ੀਡੈਂਸ ਤੇ, ਤੁਸੀਂ ਕਿਹੜੀ ਕਦਰਾਂ ਕੀਮਤਾਂ ਰੱਖੀਆਂ ਸਿੱਖ ਰਹੁ ਰੀਤੀਆਂ ਦੀਆਂ? ਤੁਸੀਂ ਏਡੇ ਵੱਡੇ ਤਖਤ ਨੂੰ
ਜਿਸ ਤਰੀਕੇ ਨਾਲ ਉਹਨੂੰ ਪ੍ਰਬੰਧ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਔਰ ਸਾਰਿਆਂ ਨੂੰ ਸੀਐਮ ਕੋਠੀ ਲਿਜਾ ਕੇ ਉਹ ਮਾਫੀ ਦੀ ਸਕ੍ਰਿਪਟ ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਦੱਸੀ ਸੀ। ਅਸੀਂ ਆਪਣੇ ਕੋਲੋਂ ਨਹੀਂ ਕਹਾਣੀ ਬਣਾਈ, ਜਿਹੜੇ ਉਸ ਸੀਐਮ ਸਾਹਿਬ ਬਾਦਲ ਸਾਹਿਬ ਦੇ ਰੈਜ਼ੀਡੈਂਸ ਤੇ ਮੌਜੂਦ ਸੀ, ਕਿਸ ਤਰੀਕੇ ਨਾਲ ਡੇਰੇ ਨੂੰ ਬਚਾਉਣ ਦੀ ਸਾਜ਼ਿਸ਼ ਜਿਹੜੀ ਆ ਬਾਦਲ ਸਾਹਿਬ ਦੇ ਰੈਜ਼ੀਡੈਂਸ ਤੇ ਰਚੀ ਜਾ ਰਹੀ ਸੀ। ਇੱਕ ਝੂਠਾ ਮਾਫੀਨਾਮਾ ਬਣਾਇਆ ਜਾ ਰਿਹਾ ਸੀ। ਕੌਣ ਜਿਹੜਾ ਹੈਗਾ ਆ ਅਕਸ਼ੇ ਕੁਮਾਰ ਨਾਲ ਮੀਟਿੰਗਾਂ ਕਰਦਾ ਰਿਹਾ, ਕੌਣ ਡੇਰੇ ਵਾਲਾ ਦੀਆਂ ਫਿਲਮਾਂ ਚਲਾਉਂਦਾ ਰਿਹਾ, ਇਹ ਤੁਹਾਡੇ ਜਿਹੜੇ ਐਮਐਲਏ ਔਰ ਹਲਕਾ ਇੰਚਾਰਜ ਕਿਸ ਤਰੀਕੇ ਨਾਲ ਸਿਨੇਮਾ ਹਾਲਾਂ ਜਾ ਕੇ ਅਕਾਲੀ ਦਲ ਦੇ ਕੈਡਰ ਨੂੰ ਉਹਦੀਆਂ ਫਿਲਮਾਂ ਕਾਮਯਾਬ ਬਣਾਉਣ ਲਈ। ਇਸ ਕਰਕੇ ਸੱਚਾਈ ਸਾਰੇ ਪੰਜਾਬ ਨੂੰ ਪਤਾ ਆ। ਮੇਰੇ ਉਸ ਗੱਲ ਤੇ ਮੈਂ ਨਹੀਂ ਹੋਣਾ ਚਾਹੁੰਦਾ। ਮੈਂ ਚਾਹੁੰਦਾ ਅੱਜ ਜਿਹੜੀ ਮਾਨ ਸਾਹਿਬ ਦੀ ਸਰਕਾਰ ਜਸਟਿਸ ਦੇਣ ਵਾਲੇ ਪਾਸੇ ਨਿਰਪੱਖ ਹੋ ਕੇ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੀ ਆ, ਉਹਦੇ ਬਾਰੇ ਗੱਲ ਕਰੀਏ। ਤੁਹਾਡੇ ਜਿੰਨੇ ਵੀ ਕਾਰਨਾਮੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਆ। ਔਰ ਦੂਜੀ ਗੱਲ ਵਿਨੋਦ ਕਈਜੀਵਾਲੀ, ਵਿਨੋਦ ਕਲੀ ਮੋਸਟ ਕੰਪੀਟੈਂਟ ਲਾਇਰ ਹੈ। ਔਰ ਜਿਹੜਾ ਲਾਇਰ ਹੁੰਦਾ ਤੁਹਾਡੇ ਵਿਕਰਮ ਮਜੀਠੀਆ ਜੀ ਦਾ ਲਾਇਰ ਤੇ ਪੀ ਚਿਦੰਬਰਮ ਹੈ, ਜਿਹਨੂੰ ਤੁਸੀਂ ਸਾਰੀ ਉਮਰ ਕਾਂਗਰਸ ਨੂੰ ਗਾਲਾਂ ਕੱਢੀਆਂ। ਉਹਦਾ ਜਿੱਦਣ ਵਿਨੋਦ ਕਈਜੀ ਆਪਣੇ ਪੇਸ਼ੇ ਨਾਲ ਜਾਂ ਪੰਜਾਬ ਦੇ ਇੰਟਰਸਟ ਨਾਲ ਕੋਈ ਕੰਪਰੋਮਾਈਜ਼ ਕਰਨਗੇ, ਅਸੀਂ ਜਵਾਬ ਦੇ ਆ ਪੰਜਾਬ ਨੂੰ। ਉਹਨਾਂ ਚਿਰ ਨਹੀਂ, ਔਰ ਉਹਨਾਂ ਦੇ ਜਿੱਥੇ ਵੀ ਇੰਟਰਸਟ ਕਲੈਸ਼ ਕਰਨਗੇ ਪਿਛਲੇ ਸਾਰੇ ਕੇਸ ਛੱਡਣਗੇ। ਇਸ ਕਰਕੇ ਇਹ ਗੱਲਾਂ ਨਾ ਕਰੋ। ਤੁਸੀਂ ਜਥੇਦਾਰ ਸਾਹਿਬਾਨਾਂ ਤੋਂ ਝੂਠੀਆਂ ਚਿੱਠੀਆਂ ਲਿਖਵਾਈਆਂ, ਉਹ ਸਾਰੀਆਂ ਗੱਲਾਂ ਸਾਰੇ ਸਾਹਮਣੇ ਆ ਗਈਆਂ। ਔਰ ਖੁਦ ਜਿਹੜੇ ਉਸ ਮੀਟਿੰਗ ਦਾ ਹਿੱਸਾ ਸੀ ਗਿਆਨੀ ਗੁਰਮੁਖ ਸਿੰਘ, ਉਹਨਾਂ ਨੇ ਸੱਚਾਈ ਸਾਹਮਣੇ ਰੱਖੀ ਹੈ। ਇਸ ਕਰਕੇ ਮੈਂ ਕਹਿੰਦਾ ਵੀ ਆਪਾਂ ਅੱਜ ਫੇਰ ਫੋਕਸ ਤੇ ਰਹੀਏ ਕਾਨੂੰਨ ਦੇ ਹਿਸਾਬ ਨਾਲ, ਕਿਉਂਕਿ ਜੋ ਜਸਟਿਸ ਜੋਰਾ ਸਿੰਘ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੇਰਾ ਕਹਿਣ ਤੋਂ ਭਾਵ ਇਹ ਸੀ ਤੁਹਾਡੀ ਸੀਰੀਅਸਨੈਸ ਕੀ ਸੀ। ਤੁਸੀਂ ਕਮਿਸ਼ਨ ਬਣਾਇਆ, ਤੁਸੀਂ ਉਸ ਰਿਪੋਰਟ ਨੂੰ ਐਕਸੈਪਟ ਵੀ ਨਹੀਂ ਕੀਤਾ ਤੇ ਐਕਸ਼ਨ ਤੇ ਕੀ ਲੈਣਾ ਹੈ। ਅਸੀਂ ਤੇ ਜੋ ਕਰਨਾ ਹੈ ਸਾਰੇ ਸਾਹਮਣੇ ਆਊਗਾ, ਕਾਨੂੰਨ ਦੇ ਹਿਸਾਬ ਨਾਲ ਹੋਊਗਾ, ਕਿਸੇ ਦਾ ਪੱਖਪਾਤ ਨਹੀਂ ਹੋਊਗਾ ਤੇ ਕੋਈ ਬਚਾਇਆ ਨਹੀਂ ਜਾਊਗਾ ਔਰ ਕੋਈ ਬਖਸ਼ਿਆ ਵੀ ਨਹੀਂ ਜਾਊਗਾ। ਜੀ ਵਲਟੋਆ ਜੀ। ਹਾਂਜੀ, ਪਹਿਲੀ ਤੇ ਗੱਲ ਹੈ ਕਿ ਰਣਜੀਤ ਸਿੰਘ ਕਮਿਸ਼ਨ ਬਣਿਆ ਸੀਗਾ, ਉਹਨੇ ਸੀਐਮ ਹਾਊਸ ਦੇ ਟੋਟਲ ਰਜਿਸਟਰ ਖੰਗਾਲੇ, ਟੋਟਲ ਜਿਹੜੀਆਂ ਸੀਸੀਟੀਵੀ ਫੋਟੋਜ਼ ਸੀ ਉਹ ਖੰਗਾਲੀਆਂ ਕਿ ਜਥੇਦਾਰ ਸਾਹਿਬਾਨ ਦੀ ਜਿਹੜੀ ਐਂਟਰੀ ਹੈ ਮੈਂ ਉਹ ਸਾਬਤ ਕਰ ਸਕਾਂ। ਹੁਣ ਜਥੇਦਾਰ ਸਾਹਿਬ ਉੱਤੋਂ ਤੇ ਕੋਈ ਹੈਲੀਕਾਪਟਰ ਦੇ ਰਾਹੀਂ ਤੇ ਨਹੀਂ ਉਤਰੇ ਅੰਦਰਲੇ ਪਾਸੇ, ਦੋ ਥਾਈਂ ਐਂਟਰੀ ਹੁੰਦੀ ਹੈ ਸੀਐਮ ਹਾਊਸ ਦੇ ਵਿੱਚ। ਔਰ ਮੁੱਖ ਮੰਤਰੀ ਨੇ ਬਾਹਰ ਜਾਣਾ ਹੋਵੇ ਤੇ ਉਹਦੀ ਵੀ ਹੈ, ਤੇ ਵਾਪਸੀ ਹੋਵੇ ਤਾਂ ਤਦ ਵੀ ਹੁੰਦੀ ਹੈ। ਇਹ ਉੱਥੋਂ ਦਾ ਇੱਕ ਪ੍ਰੋਟੋਕਾਲ ਬਣਿਆ ਹੋਇਆ ਹੈ। ਇਸ ਕਰਕੇ ਜਿਹੜਾ ਹੈ ਗੱਲਾਂ ਹਵਾ ਚ ਕਰ ਦਿੰਦੇ ਆ ਜੀ, ਫਲਾਣੇ ਥਾਂ ਤੋਂ ਜਥੇਦਾਰ ਚੱਲੇ ਸੀ ਜੀ, ਇੰਨੇ ਵਜੇ ਉੱਥੇ ਪਹੁੰਚੇ ਜੀ। ਗੱਲ ਸਾਬਤ ਤੇ ਕਰੋ। ਗਿਆਨੀ ਗੁਰਮੁਖ ਸਿੰਘ ਕੋਲੋਂ ਕੀ ਘੁਮਾਇਆ ਗਿਆ, ਹਾਂਜੀ ਉਹਨੇ ਬਾਅਦ ਚ ਦੱਸ ਦਿੱਤਾ ਕਿ ਮੇਰੇ ਕੋਲੋਂ ਕਿਸ ਤਰ੍ਹਾਂ ਮੈਥੋਂ ਘੁਮਾਇਆ ਗਿਆ। ਚਲੋ ਉਸ ਪਾਸੇ ਨਹੀਂ ਮੈਂ ਜਾਣਾ ਚਾਹੁੰਦਾ। ਮੈਨੂੰ ਇਹ ਗੱਲ ਦਾ ਦੱਸੋ, ਇੱਕ ਗੱਲ ਦਾ ਦੱਸਿਆ ਜੀ, ਭਗਵੰਤ ਮਾਨ ਹੋਰਾਂ ਦਾ ਆਨੰਦ ਕਾਰਜ ਸੀਗਾ, ਮੈਂ ਵਧਾਈ ਵੀ ਦਿੰਦਾ ਤੇ ਦਿੱਤੀ ਵੀ ਸੀਗੀ, ਉਹਨਾਂ ਦੀ ਨਿੱਜੀ ਲਾਈਫ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਉੱਥੇ ਮੰਗਾਏ ਗਏ ਆਨੰਦ ਕਾਰਜਾਂ ਵਾਸਤੇ। ਸਤਿਗੁਰਾਂ ਦਾ ਮਤਲਬ ਉੱਥੇ ਉਹਨਾਂ ਨੂੰ ਸੱਦਾ ਦਿੱਤਾ ਗਿਆ, ਉਹਨਾਂ ਨੂੰ ਲਿਆਂਦਾ ਗਿਆ। ਤੇ ਜਿਸ ਤਰੀਕੇ ਨਾਲ ਉੱਥੇ ਬੇਅਦਬੀ ਹੋਈ, ਕੰਗ ਸਾਹਿਬ ਤੁਸੀਂ ਬੋਲੇ ਕਿ ਸਾਡੇ ਮੁੱਖ ਮੰਤਰੀ ਨੇ ਏਡਾ ਵੱਡਾ ਗੁਨਾਹ ਕੀਤਾ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਏ ਹੁਣ ਤੇ ਐ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੇ ਨਿਵਾਸ ਦੇ ਗੇਟ ਦੇ ਉੱਤੇ, ਜਿਸ ਤਰ੍ਹਾਂ ਕੋਈ ਦੁਖਿਆਰਾ ਵਿਚਾਰਾ ਆ ਅਰਜੀ ਦੇਣ ਆਇਆ ਹੁੰਦਾ, ਜੁੱਤੀਆਂ ਪਾ ਕੇ ਉਸ ਤਰ੍ਹਾਂ ਜਿਸ ਤਰ੍ਹਾਂ ਆਮ ਰੂਟੀਨ 'ਚ ਸਰਚ ਕੀਤੀ ਜਾਂਦੀ ਹੈ, ਤਲਾਸ਼ੀ ਕੀਤੀ ਜਾਂਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਤੀ ਗਈ ਬੇਅਦਬੀ ਕੀਤੀ ਗਈ, ਤੁਸੀਂ ਬੋਲੇ ਜੇ ਮੁੱਖ ਮੰਤਰੀ ਦੇ ਵਿਰੁੱਧ ਬੋਲੇ ਜੇ ਤੁਸੀਂ, ਇਹ ਬੇਅਦਬੀ ਨਹੀਂ ਗੀ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ, ਤੁਸੀਂ ਕਦੀ ਅਕਸ਼ੈ ਕੁਮਾਰ ਨਾਲ ਚੱਲ ਜਾਂਦੇ ਜੇ, ਉਹ ਤੇ ਰਿਪੋਰਟ ਆ ਗਈ, ਉਹ ਤੇ ਰਿਪੋਰਟ ਦੇਤੀ, ਹਾਂਜੀ ਅਕਸ਼ੈ ਕੁਮਾਰ ਦੇ ਨਾਲ ਜੋੜ ਦਿੰਦੇ ਜੇ। ਕਦੀ ਤੁਸੀਂ ਕਹਿੰਦੇ ਕਿ ਚਿੱਠੀ ਝੂਠੀ ਸੀਗੀ, ਚਿੱਠੀ ਝੂਠੀ ਸੀ ਜੇ ਉਹਦੇ ਝੂਠੇ ਸਾਧ ਦੀ, ਹਾਂਜੀ ਉਹ ਵੀ ਲੈ ਆਉਂਦੇ। ਆਪਣੇ ਕੀ ਨਾਂ ਆ ਜਿਹੜੀ ਐਸਆਈਟੀ ਬਣੀ ਸੀ ਪਰਮਾਰ ਸਾਹਿਬ ਵਾਲੀ, ਉਹਨਾਂ ਨੇ ਕਿਹਾ ਇੱਥੋਂ ਤੱਕ ਝੂਠੇ ਸਾਧ ਨੇ ਮੀਡੀਆ ਦੇ ਵਿੱਚ ਕਿਹਾ ਕਿ ਮੈਂ ਚਿੱਠੀ ਭੇਜੀ ਸੀ, ਮੈਂ ਫਰਿਆਦ ਭੇਜੀ ਸੀ, ਮੈਂ ਬੇਨਤੀ ਭੇਜੀ ਸੀਗੀ, ਮੇਰੀ ਬੇਨਤੀ ਜਿਹੜੀ ਆ ਉੱਥੇ ਗਈ ਸੀ, ਮੈਂ ਆਪਦੇ ਵੱਲੋਂ ਕੀਤੀ ਸੀ। ਹਾਂਜੀ ਇਸ ਗੱਲ ਕਰਕੇ ਜਿਹੜਾ ਐਵੇਂ ਆਪਾਂ ਗੱਲਾਂ ਕਰੀਏ, ਜੋ ਹੋਇਆ ਗਲਤ ਹੋਇਆ। ਮੈਂ ਸਭ ਤੋਂ ਪਹਿਲਾਂ ਜਿਸ ਦਿਨ ਉਹਨੂੰ ਮਾਫੀ ਦਿੱਤੀ ਸੀ, ਵਿਰਸਾ ਸਿੰਘ ਬਲਟੋਹਾ ਇੱਕੋ ਇੱਕ ਸੀ ਜਿਹਨੇ ਅਕਾਲੀ ਦਲ ਦੀ ਭਰੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਕਿ ਇਹ ਜੋ ਜਥੇਦਾਰਾਂ ਨੇ ਕੀਤਾ ਗਲਤ ਕੀਤਾ, ਤਾਂ ਰਿਐਕਸ਼ਨ ਮਾੜਾ ਹੋਊਗਾ। ਅਜੇ ਕਿ ਮੈਨੂੰ ਉਦੋਂ ਪਤਾ ਵੀ ਨਹੀਂ ਸੀ ਕੀ ਹੋਊਗਾ, ਮੈਂ ਉਦੋਂ ਹੀ ਕਹਿਤਾ ਸੀਗਾ। ਉਹ ਮੇਰਾ ਖਿਆਲ 2 ਘੰਟੇ ਦੇ ਬਾਅਦ ਹੀ ਪਤਾ ਲੱਗ ਗਿਆ ਸੀਗਾ ਉੱਥੇ ਮੀਟਿੰਗ ਦੇ ਵਿੱਚ ਹੀ ਕਿ ਉੱਥੇ ਮਾਫੀ ਦੇ ਦਿੱਤੀ ਗਈ ਹੈ। ਤੇ ਮਾਫੀ ਦੇ ਦਿੱਤੀ ਗਈ ਤੇ ਵਿਰਸਾ ਸਿੰਘ ਬਲਟੋਹਾ ਨੇ ਉੱਤੇ ਰਿਐਕਟ ਕੀਤਾ ਸੀ, ਜਿਹਨੂੰ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਸੀਗਾ। ਵਿਰਸਾ ਸਿੰਘ ਬਲਟੋਹਾ ਇਸ ਤਰ੍ਹਾਂ ਦਾ, ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੇਟ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੋਈ ਬੇਅਦਬੀ ਦੇ ਕੰਗ ਸਾਹਿਬ ਬੈਠੇ ਜੇ ਸਿੱਖ ਜੇ ਗੁਰੂ ਦੇ ਬੋਲੇ ਜੇ।
ਜੀ ਕੰਗ ਜੀ ਕੀ ਕੁਝ ਕਹਿਣਾ ਚਾਹੋਗੇ? ਸਾਡੇ ਕੋਲ ਸਮਾਂ ਹੁਣ ਥੋੜਾ ਘੱਟ ਹੈ, ਲੇਕਿਨ ਮਾਮਲਾ ਕੋਟਕਪੂਰਾ ਗੋਲੀकांड ਦਾ ਹੈ ਜਿਸ ਮਾਮਲੇ 'ਚ ਪੁੱਛਗਿੱਛ ਹੋ ਰਹੀ ਹੈ, ਲੇਕਿਨ 7 ਸਾਲ ਹੋ ਚੁੱਕੇ ਨੇ, 7 ਸਾਲ ਹੋ ਚੁੱਕੇ ਨੇ, ਇਨਸਾਫ ਇਸ ਮਾਮਲੇ ਦੇ ਵਿੱਚ ਨਹੀਂ ਮਿਲਿਆ, ਜਾਂਚ ਹੋ ਰਹੀ ਹੈ, ਲਗਾਤਾਰ ਪਰਿਵਾਰ ਵੀ ਧਰਨੇ ਦੇ ਉੱਤੇ ਬੈਠੇ ਹੋਏ ਨੇ, ਸਿੱਖ ਸੰਗਤਾਂ ਵੀ ਇਸ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਹੀਆਂ ਨੇ, ਲੇਕਿਨ ਜਾਂਚ ਹੀ ਹੋ ਰਹੀ ਹੈ। ਗਿਆਨੀ ਗੁਰਮੁਖ ਸਿੰਘ ਜੀ ਹਜੇ ਦੁਨੀਆ 'ਚ ਹੈਗੇ ਆ, ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ। ਔਰ ਉਹਨਾਂ ਨੇ ਜਦੋਂ ਇਹ ਐਕਸਪੋਜ਼ ਕੀਤੀ, ਸੱਚਾਈ ਬਾਹਰ ਰੱਖੀ ਸੀ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਬਦਲ ਕੇ ਭੇਜਤਾ ਸੀ ਹਰਿਆਣੇ 'ਚ। ਬਾਅਦ 'ਚ ਪਤਾ ਨਹੀਂ ਕੀ ਕੰਪਰੋਮਾਈਜ਼ ਹੋਇਆ ਨਹੀਂ ਹੋਇਆ, ਉਹਨਾਂ ਨੂੰ ਵਾਪਸ ਅੱਜ ਵੀ ਅਕਾਲ ਤਖਤ ਸਾਹਿਬ ਤੇ ਉਹ ਜਿਹੜੇ ਹੈੱਡ ਗ੍ਰੰਥੀ ਦੇ ਨਾਤੇ ਸੇਵਾ ਨਿਭਾ ਰਹੇ ਆ। ਇਸ ਕਰਕੇ ਅੱਜ ਵੀ ਉਹ ਸੱਚਾਈ, ਅਸੀਂ ਨਹੀਂ ਕਿਸੇ ਨੂੰ ਕਿਹਾ, ਉਹਨਾਂ ਨੇ ਆਪ ਕਿਹਾ, ਕਿਉਂਕਿ ਉਸ ਡੈਲੀਗੇਸ਼ਨ ਦਾ ਹਿੱਸਾ ਸੀ ਜਿਨ੍ਹਾਂ ਨੂੰ ਬਾਦਲ ਸਾਹਿਬ ਨੇ ਤਲਬ ਕੀਤਾ। ਮੈਨੂੰ ਤੇ ਸ਼ਬਦ ਵਰਤਨ 'ਚ ਵੀ ਸੰਗ ਲੱਗ ਰਹੀ ਹੈ। ਦੂਜੀ ਗੱਲ, ਮੈਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗੇਟ ਤੇ ਹੋਈ ਬੇਅਦਬੀ ਦਾ ਜਵਾਬ ਦੇ ਦਿਓ ਸਾਹਿਬ, ਸੁਣ ਲਓ ਉਹਦਾ ਜਵਾਬ ਦਿਓ। ਗਿਆਨੀ 29 ਅਪ੍ਰੈਲ ਨੂੰ ਜਿਹੜੀ ਗੋਲੀ ਦਾ ਜਵਾਬ ਦਿਓ। ਦੂਜੀ ਗੱਲ, ਦੋ ਗੱਲਾਂ ਜਵਾਬ ਦਿਓ। ਜਵਾਬ ਲੈ ਲਓ। ਗੱਲ ਤੁਹਾਡੇ ਇੰਡੀਵਿਜੂਅਲ ਦੀ ਨਹੀਂ ਹੋ ਰਹੀ, ਗੱਲ ਅਕਾਲੀ ਦਲ ਪਾਰਟੀ ਦੀ ਹੋ ਰਹੀ ਆ, ਤੇ ਮੈਂ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਨਾਤੇ ਨਿੱਜੀ ਤੌਰ ਤੇ ਮੈਂ ਕੀ ਕਰਦਾ ਨਹੀਂ ਕਰਦਾ ਉਹ ਅਲੱਗ ਵੱਖਰਾ ਹੈ। ਉਹਦੇ ਨਾਤੇ ਨਹੀਂ ਆਪਾਂ ਬੋਲ ਰਹੇ ਸੀ, ਇੱਥੇ ਪਾਰਟੀ ਦੀ ਗੱਲ। ਔਰ ਉਸ ਟਾਈਮ ਜਦੋਂ 2015 ਚ ਗੁਰੂ ਸਾਹਿਬ ਦੀ ਬੇਅਦਬੀ ਹੋਈ, ਨੌਜਵਾਨ ਮਾਰੇ ਗਏ, ਉਦੋਂ ਅਕਾਲੀ ਦਲ ਦੀ ਸਰਕਾਰ ਸੀ, ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਦੇ ਨਾਲ ਹੋਮ ਮਿਨਿਸਟਰ ਵੀ ਸੀਗੇ ਔਰ ਡੀਜੀਪੀ ਸੈਣੀ ਸੀਗਾ। ਅੱਜ ਮਾਨ ਸਾਹਿਬ ਜਿਹੜੇ ਪਾਸੇ ਚੱਲੇ, ਉਹਨਾਂ ਦਾ ਮਕਸਦ ਇਹੀ ਆ ਕਿ ਜਿਹੜਾ ਦੋ ਗੱਲਾਂ ਦਾ ਜਵਾਬ ਦਵਾਇਆ ਜੀ। ਜੀ ਸਾਡੇ ਕੋਲ ਸਮਾਂ ਥੋੜਾ ਘੱਟ ਹੈ, ਬਲਟੋਆ ਜੀ ਆਖਰੀ ਸਾਡੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਦੇ ਦੀ ਬੇਅਦਬੀ ਆ, ਅਸੀਂ ਬਚਾਉਣਾ ਨਹੀਂ, ਅਸੀਂ ਬੇਅਦਬੀ ਦੇ ਜਿਹੜੇ ਦੋਖੀ ਆ ਉਹਨਾਂ ਨੂੰ ਵੀ ਸਜ਼ਾ ਮਿਲੇ। ਔਰ ਜਿਨ੍ਹਾਂ ਨੇ ਸਾਜ਼ਿਸ਼, ਮੈਂ ਜਵਾਬ ਲੈਣਾ ਹੈ, ਜਵਾਬ ਨਹੀਂ ਤੇ ਮੈਂ ਇੱਥੇ ਲੱਗਦੇ ਸਵਾਲ ਕਰੂੰਗਾ। ਤਰੀਕੇ ਪੜ੍ਹਦੇ ਜਵਾਬ ਦਿਓ। 29 ਅਪ੍ਰੈਲ ਨੂੰ ਜਿਹੜੀ ਗੋਲੀ ਚੱਲੀ ਹੈ, ਕੰਗ ਜੀ ਜਵਾਬ ਲੈ ਲਈਏ। ਬਲਟੋਆ ਜੀ ਆਖਰੀ ਰਿਐਕਸ਼ਨ, ਸਾਡੇ ਕੋਲ ਸਮਾਂ ਥੋੜਾ ਘੱਟ ਹੈ। ਮੁੱਖ ਮੰਤਰੀ ਦੇ ਨਿਵਾਸ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ। ਕੰਗ ਜੀ ਕੀ ਕੁਝ ਕਹਿਣਾ ਚਾਹੋਗੇ? ਇਹ ਸਵਾਲ ਪਹਿਲਾਂ ਵੀ ਉੱਠਿਆ ਸੀ ਕਿ ਜਿਸ ਵੇਲੇ ਆਨੰਦ ਕਾਰਜ ਹੋਣੇ ਸੀ ਉਸ ਵੇਲੇ ਤਲਾਸ਼ੀ ਲਈ ਗਈ। ਦੇਖੋ, ਆਮ ਆਦਮੀ ਪਾਰਟੀ ਔਰ ਸਰਕਾਰ ਜਦੋਂ ਦੀ ਮਾਨ ਸਾਹਿਬ ਦੀ ਆਈ ਹੈ, ਸਾਡੀ ਪੂਰੀ ਕੋਸ਼ਿਸ਼ ਹੈ ਕਿਸੇ ਵੀ ਧਾਰਮਿਕ ਭਾਵਾਂ ਨੇ, ਅਸੀਂ ਸਿੱਖ ਤੇ ਅਸੀਂ ਆਪ ਆ, ਭਾਵੇਂ ਦੂਜੇ ਧਰਮਾਂ ਵਾਲੇ ਵੀ ਪੰਜਾਬ ਜਿਹੜੇ ਰਹਿੰਦੇ ਆ, ਕਿਸੇ ਦੀਆਂ ਧਾਰਮਿਕ ਭਾਵਨਾ ਨਾ ਕਿਸੇ ਹਾਰਟ ਹੋਣ, ਨਾ ਕੋਈ ਬੇਅਦਬੀ ਹੋਵੇ, ਸਾਡੇ ਉਸ ਹਿਸਾਬ ਨਾਲ ਅਸੀਂ ਚੱਲ ਰਹੇ, ਨਾ ਅਸੀਂ ਕਿਸੇ ਨੂੰ ਬਚਾਉਣਾ ਤੇ ਨਾ ਕਿਸੇ ਨੂੰ ਫੇਵਰ ਕਰਨਾ। ਪਟਿਆਲੇ ਦੀ ਜਿਹੜੀ ਇਹ ਗੱਲ ਕਰ ਰਹੇ ਆ ਨਾ, ਤਾਂ ਪਟਿਆਲੇ ਵੀ ਮਾਨ ਸਾਹਿਬ ਦੀ ਸਰਕਾਰ ਹਰਕਤ ਚ ਆਈ ਸੀ, ਤਾਂ ਹੀ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਔਰ ਦੋਖੀ ਜਿਨ੍ਹਾਂ ਨੂੰ ਬਾਦਲ ਸਾਹਿਬ ਔਰ ਕਾਂਗਰਸ ਨੇ ਸਿਕਿਉਰਿਟੀਆਂ ਦਿੱਤੀਆਂ ਸੀ, ਜਿਹੜੇ ਲੋਕ ਨਫ਼ਰਤ ਫੈਲਾਉਂਦੇ ਆ ਸਮਾਜ, ਉਹਨਾਂ ਨੂੰ ਮਾਨ ਸਾਹਿਬ ਨੇ ਚੱਕ ਕੇ ਡੱਕਿਆ ਸੀ ਅੰਦਰ। ਅਸੀਂ ਪੰਜਾਬ ਦੇ ਭਾਈਚਾਰੇ ਨਾਲ, ਸ਼ਾਂਤੀ ਨਾਲ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਾ ਕਰਨਾ ਤੇ ਨਾ ਕਰਨ ਦੇਣਾ। ਔਰ ਜਿਹੜਾ ਪਿਛਲੇ ਸਾਲਾਂ 'ਚ ਚਾਹੇ ਲੁੱਟ ਖਸੁੱਟ ਹੋਈ ਆ, ਚਾਹੇ ਬੇਅਦਬੀ ਹੋਈ ਆ, ਹਰੇਕ ਚੀਜ਼ ਦੀ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ। ਜੀ ਚਲੋ ਸ਼ੁਕਰੀਆ ਕੰਗ ਜੀ ਸਾਡੇ ਨਾਲ ਜੁੜਨ ਦੇ ਲਈ। ਵਲਟੋਆ ਜੀ ਤੁਹਾਡਾ ਵੀ ਸ਼ੁਕਰੀਆ। ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ। ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਹੋ ਰਹੀ ਹੈ। ਐਸਆਈਟੀ ਨੇ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਸੱਦਿਆ ਹੈ ਪੁੱਛਗਿੱਛ ਦੇ ਲਈ।